for watching this video. If you are new to this channel, kindly like, subscribe and hit the bell icon for latest updates. Thanks and enjoy. ਹੈਲੋ ਸਟੂਡੈਂਟਸ, ਅੱਜ ਅਸੀਂ ਕਰਾਂਗੇ ਐਡਵਰਬਸ। ਸੋ ਉਸ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਵੇ ਕਿ ਵਰਬਸ ਕੀ ਹੁੰਦੇ ਨੇ। ਵਰਬਸ ਹੁੰਦੀਆਂ ਕਿਰਿਆਵਾਂ, ਕੀਤਾ ਜਾਣ ਵਾਲਾ ਕੰਮ। ਤੇ ਐਡਜੈਕਟਿਵ ਕੀ ਹੁੰਦੇ ਆ? ਐਡਜੈਕਟਿਵ ਹੁੰਦੇ ਨੇ ਵਿਸ਼ੇਸ਼ਣ। ਜਦੋਂ ਅਸੀਂ ਕਿਸੇ ਵਿਅਕਤੀ, ਚੀਜ਼, ਜਗ੍ਹਾ ਆਦਿ ਦੀ ਕੋਈ ਵਿਸ਼ੇਸ਼ਤਾ ਦਸੀਏ ਕਿ ਉਹ ਚੰਗੀ ਹੈ, ਮਾੜੀ ਹੈ, ਵਧੀਆ ਹੈ, ਉੱਚਾ, ਲੰਮਾ, ਠੀਕ ਹੈ, ਉਹ ਸਾਰੇ ਕੀ ਹੁੰਦੇ ਨੇ? ਉਸ ਨਾਉਨ ਜਾਂ ਪ੍ਰੋਨਾਉਨ ਦੇ ਐਡਜੈਕਟਿਵ। ਸੋ ਜਦੋਂ ਅਸੀਂ ਕਿਸੇ ਵਰਬ ਦੀ ਤਾਰੀਫ ਕਰੀਏ, ਕਿਸੇ ਦੇ ਕੀਤੇ ਹੋਏ ਕੰਮ ਦੀ ਤਾਰੀਫ ਕਰੀਏ, ਉਹਨੂੰ ਆਪਾਂ ਕਹਾਂਗੇ verbs। So ਆਪਾਂ ਫਰਸਟ ਸੈਂਟੈਂਸ ਵਿੱਚ ਦੇਖਦੇ ਹਾਂ ਕਿ ਕਿਹੜਾ ਕੰਮ ਹੋਇਆ। ਫਰਸਟ, the dog works, ਕੁੱਤਾ ਕੰਮ ਕਰਦਾ ਹੈ। ਓਕੇ, ਸੋ works ਕੀ ਹੋ ਗਿਆ? ਕੰਮ ਕਰਦਾ। ਕਿਸ ਤਰ੍ਹਾਂ ਕੰਮ ਕਰਦਾ? faithfully, ਵਫਾਦਾਰੀ ਨਾਲ। ਠੀਕ, ਸੋ ਇਹ ਕੁੱਤੇ ਦੀ ਤਾਰੀਫ ਨਹੀਂ ਹੈ, ਕੁੱਤੇ ਦੇ ਕੰਮ ਦੀ ਤਾਰੀਫ ਹੈ, ਇਸ ਕਰਕੇ faithfully ਕੀ ਹੋ ਗਿਆ? adverb। the dog works faithfully for his master। second, we cannot see, ਅਸੀਂ ਨਹੀਂ ਦੇਖ ਸਕਦੇ। clearly, ਸਾਫ਼-ਸਾਫ਼। ਓਕੇ, ਹੁਣ ਸਾਡੇ ਬਾਰੇ ਨਹੀਂ ਕਿਹਾ ਜਾ ਰਿਹਾ, ਸਾਡੇ ਦੇਖਣ ਬਾਰੇ ਕਿਹਾ ਜਾ ਰਿਹਾ ਕਿ ਅਸੀਂ ਸਾਫ਼-ਸਾਫ਼ ਦੇਖ ਸਕਦੇ ਹਾਂ ਕਿ ਨਹੀਂ ਦੇਖ ਸਕਦੇ। ਇਹਨਾਂ ਨੇ ਕਿਹਾ we cannot see clearly। ਓਕੇ, ਸੋ clearly ਕੀ ਹੋ ਗਿਆ? adverb। in the dark, ਹਨੇਰੇ ਵਿੱਚ। the old man is walking slowly, slowly ਕੀ ਹੋ ਗਿਆ? adverb। please do the work carefully, ਕਿਰਪਾ ਕਰਕੇ ਕੰਮ ਧਿਆਨ ਨਾਲ ਕਰੋ। carefully ਕੀ ਹੋ ਗਿਆ? adverb। ਓਕੇ, ਜਿੰਨੇ ਵੀ ਅੰਡਰਲਾਈਨਡ ਵਰਡਸ ਹੈ ਇਹ ਸਾਰੇ ਕੀ ਨੇ? adverbs। ਆਓ ਅਸੀਂ ਹੁਣ ਕੁਝ adverbs ਇਹਨਾਂ ਵਿੱਚ ਵੀ ਦੇਖੀਏ। ਫਰਸਟ, the dog barked loudly, loudly ਕੀ ਹੋਇਆ? adverb। the boy talked rudely, rudely ਕੀ ਹੁੰਦਾ? ਬੁਰੀ ਤਰ੍ਹਾਂ। the child cried bitterly, bitterly ਵੀ ਹੁੰਦਾ ਬੁਰੀ ਤਰ੍ਹਾਂ, ਫੁੱਟ-ਫੁੱਟ ਕੇ ਰੋਣਾ। ਠੀਕ ਹੈ, ਬੱਚਾ ਬੁਰੀ ਤਰ੍ਹਾਂ ਰੋਇਆ। we sleep early at night, early। okay, adverb। the king treated his people kindly, ਰਾਜੇ ਨੇ ਆਪਣੇ ਲੋਕਾਂ ਨਾਲ ਦਿਆਲਤਾ ਪੂਰਵਕ ਵਿਵਹਾਰ ਕੀਤਾ। kindly। okay, so activity 4 ਚ ਅਸੀਂ ਦੇਖਦੇ ਹਾਂ you have learned some ly words, such words are called adverbs। ਹੁਣ ਤੁਸੀਂ ਲੀ ਵਾਲੇ ਵਰਡਸ ਦੇਖੇ, ly ਵਾਲੇ ਵਰਡਸ ਦੇਖੇ, ਇਹਨਾਂ ਵਰਡਸ ਨੂੰ ਕਹਿੰਦੇ ਹਾਂ adverbs। an adverb is a word that tells us more about a verb। okay, ਜੋ ਅਸੀਂ ਪਹਿਲਾਂ ਕਿਹਾ ਕਿ ਜਿਹੜੇ ਕਿ ਸਾਨੂੰ verb ਬਾਰੇ ਹੋਰ ਦੱਸਦੇ ਹਨ। the function of adverbs is to add the meaning to the verb। so ਇਹਨਾਂ adverbs ਦਾ ਕੰਮ ਕੀ ਹੈ ਕਿ ਕਿਰਿਆ ਦੇ ਅਰਥਾਂ ਨੂੰ ਹੋਰ ਸਾਰਥਕ ਕਰਨਾ, ਵਧੀਆ ਦੱਸ ਦੇਣਾ ਵੀ ਇਹ ਕਿਰਿਆ ਕਿਸ ਤਰ੍ਹਾਂ ਹੋ ਰਹੀ ਹੈ। adverbs ਹੋਰ ਕਾਹਦੇ ਵਾਸਤੇ ਯੂਜ਼ ਹੁੰਦੇ ਹਨ? verb ਨੂੰ ਮੋਡੀਫਾਈ ਕਰਨ ਲਈ। adverbs are used to modify a verb, an adjective or another adverb that is attached to। so adverbs ਕਾਹਦੇ ਵਾਸਤੇ ਹੁੰਦੇ ਨੇ? ਕਿਰਿਆ ਵਿਸ਼ੇਸ਼ਣ ਅਤੇ ਹੋਰ ਦੂਜੇ ਕਿਰਿਆ ਵਿਸ਼ੇਸ਼ਣਾਂ ਨੂੰ ਯਾਨੀ adverbs ਨੂੰ ਮੋਡੀਫਾਈ ਕਰਨ ਲਈ, ਉਹਨਾਂ ਦਾ ਮੀਨਿੰਗ ਹੋਰ ਕਲੀਅਰ ਕਰਨ ਲਈ। ਓਕੇ, ਜਿੱਦਾਂ ਕਲੀਅਰ, ਇਹ ਹੁਣ ਕੀ ਹੈ? ਕਲੀਅਰ ਐਡਜੈਕਟਿਵ ਹੈ। ਹੁਣ ਇਹਨੂੰ ਜੇ ਮੋਡੀਫਾਈ ਕਰਨਾ ਹੋਵੇ by adding ਲੀ, ਓਕੇ, ਇਹ ਕੀ ਬਣ ਜਾਏਗਾ? clearly। clearly is an adverb, ਕਿਉਂਕਿ ਇਹਨਾਂ ਲੀ ਲੱਗ ਗਿਆ, ਇਸ ਕਰਕੇ clear ਦਾ adverb ਕੀ ਬਣ ਗਿਆ? clearly। ਸੋ ਜਿਹੜੇ ਸ਼ਬਦ ਨਾਲ ly ਲੱਗ ਜਾਵੇ, ਉਸ ਵਾਕ ਵਿੱਚ ਸੈਂਟੈਂਸ ਦਾ ਫੋਕਸ ਕਿਹਦੇ ਤੇ ਹੋ ਜਾਂਦਾ? ਕੰਮ ਦੇ ਉੱਤੇ। ਓਕੇ, ਕਿ ਉਹ ਕੰਮ ਕਿਹੜੇ ਢੰਗ ਨਾਲ ਕੀਤਾ ਗਿਆ। ਠੀਕ ਹੈ, ਨੈਕਸਟ, ਐਡਜੈਕਟਿਵਸ। ਐਡਜੈਕਟਿਵਸ ਜਿਵੇਂ ਪਹਿਲਾਂ ਦੱਸਿਆ, ਉਹ ਕੀ ਹੁੰਦੇ ਨੇ? ਵਿਸ਼ੇਸ਼ਣ, ਨਾਉਨ ਜਾਂ ਪ੍ਰੋਨਾਉਨ ਦੀ ਕੋਈ ਵਿਸ਼ੇਸ਼ਤਾ ਦੱਸਦੇ ਹੋਣ, ਉਹਨਾਂ ਨੂੰ ਆਪਾਂ ਕੀ ਕਹਿੰਦੇ ਆ? ਐਡਜੈਕਟਿਵ। ਐਗਜ਼ਾਮਪਲਸ ਦੇਖਦੇ ਹਾਂ। he is a tall boy, ਉਹ ਇੱਕ ਲੰਮਾ ਲੜਕਾ ਹੈ। ਰੀਨਾ is a rich girl, ਰੀਨਾ ਇੱਕ ਅਮੀਰ ਲੜਕੀ ਹੈ। I have a warm blanket, warm ਕੀ ਹੁੰਦਾ? ਨਿੱਘਾ, ਤੇ blanket ਕੰਬਲ, ਮੇਰੇ ਕੋਲ ਇੱਕ ਨਿੱਘਾ ਕੰਬਲ ਹੈ। Harry is a strong boy, ਹੈਰੀ ਇੱਕ ਤਾਕਤਵਰ ਲੜਕਾ ਹੈ। strong। Activity 5, give any 5 describing words from the poem and write them in the space provided। ਹੁਣ ਆਪਾਂ poem ਵਿੱਚੋਂ describing words ਦੇਖਣੇ ਨੇ। describing ਹੁੰਦੇ ਨੇ ਕਿਸੇ ਵੀ ਚੀਜ਼ ਬਾਰੇ ਜਾਣਕਾਰੀ ਦੇਣ ਵਾਲੇ ਸ਼ਬਦ, describing words। ਠੀਕ ਹੈ, ਉਹ poem ਚ ਆਪਾਂ ਦੇਖਣੇ ਨੇ। and write them in the space provided, ਅਤੇ ਜਿਹੜੀ space ਦਿੱਤੀ ਗਈ ਹੈ ਉਹਦੇ ਵਿੱਚ ਉਹ ਲਿਖਣੇ ਹਨ। also write the word that it describes, ਤੇ ਉਹ ਵੀ word ਲਿਖਣਾ ਹੈ ਜਿਹੜੇ word ਨੂੰ ਉਸ describing word ਨੇ describe ਕੀਤਾ ਹੈ। ਠੀਕ ਹੈ ਜੀ। for example, ਜਿਵੇਂ ਉਦਾਹਰਨ ਦੇ ਤੌਰ ਤੇ once there was a big green tree, ਇੱਕ ਵਾਰ ਦੀ ਗੱਲ ਹੈ ਕਿ ਇੱਕ ਵੱਡਾ ਹਰਾ ਦਰਖਤ
4th C little boy played under its cool shade ਛੋਟਾ ਬੱਚਾ ਇਸ ਦੀ ਠੰਡੀ ਛਾਂ ਹੇਠਾਂ ਖੇਡਦਾ ਸੀ। ਹੁਣ ਇਹਦੇ ਵਿੱਚ ਡਿਸਕ੍ਰਾਈਬਿੰਗ ਵਰਡ ਕਿਹੜਾ ਹੈ ਤੇ ਉਹ ਡਿਸਕ੍ਰਾਈਬ ਕਿਹਨੂੰ ਕਰ ਰਿਹਾ ਉਹ ਆਪਾਂ ਨੀਚੇ ਐਗਜ਼ਾਮਪਲ 'ਚ ਦੇਖਦੇ ਹਾਂ। ਫਰਸਟ ਜਿਸ ਤਰ੍ਹਾਂ ਲਿਖਿਆ ਬਿਗ, ਬਿਗ ਕੀ ਸੀ ਟਰੀ, ਓਕੇ। ਲਿਟਲ, ਲਿਟਲ ਕੌਣ ਸੀ ਬॉय। ਕੂਲ ਠੰਡਾ ਜਾਂ ਠੰਡੀ ਕੀ ਸੀ ਸ਼ੇਡ ਛਾਂ। ਇਸੇ ਤਰ੍ਹਾਂ ਦੇ ਵਰਡਸ ਅਸੀਂ ਪੋਇਮ ਵਿੱਚੋਂ ਲੱਭਣੇ ਹਨ ਤੇ ਇਹ ਦੱਸਣਾ ਹੈ ਕਿ ਉਹ ਕਿਸ ਨੂੰ ਡਿਸਕ੍ਰਾਈਬ ਕਰ ਰਹੇ ਸਨ। ਸੋ ਫੋਰਥ ਕਿਹੜਾ ਹੋਏਗਾ ਰਾਈਟ, ਤੇ ਕਿਹਨੂੰ ਡਿਸਕ੍ਰਾਈਬ ਕਰ ਰਹੇ ਸਨ ਐਡਰੈਸ ਨੂੰ, ਰਾਈਟ ਐਡਰੈਸ। ਨੈਕਸਟ ਲੌਂਗ ਲੰਬੀ, ਸੋ ਡਿਸਕ੍ਰਾਈਬਿੰਗ ਵਰਡ ਹੋ ਗਿਆ ਲੌਂਗ ਤੇ ਕਿਹੜਾ ਵਰਡ ਸੀ ਜਿਹਨੂੰ ਡਿਸਕ੍ਰਾਈਬ ਕਰ ਰਹੇ ਸੀ ਸ਼ੀਟ, ਲੌਂਗ ਸ਼ੀਟ। ਸੋ ਨੈਕਸਟ ਡਿਸਕ੍ਰਾਈਬਿੰਗ ਵਰਡ ਹੋ ਗਿਆ ਨਾਈਸ ਤੇ ਕਿਹਨੂੰ ਡਿਸਕ੍ਰਾਈਬ ਕਰ ਰਿਹਾ ਬਲੌਟਿੰਗ ਪੇਪਰ ਨੂੰ। ਉਸ ਤੋਂ ਅਗਲਾ ਪਿੰਕ, ਪਿੰਕ ਵੀ ਕਿਹੜਾ ਸੀ ਬਲੌਟਿੰਗ ਪੇਪਰ, ਓਕੇ। ਲੈਟ ਅਸ ਲਰਨ ਸਮ ਮੋਰ ਐਡਜੈਕਟਿਵਸ ਐਂਡ ਦੈਨ ਵੀ ਵਿਲ ਕੰਟੀਨਿਊ ਵਿਦ ਐਡਵਰਬਸ। ਆਓ ਹੁਣ ਥੋੜੇ ਜਿਹੇ ਐਡਜੈਕਟਿਵਸ ਹੋਰ ਸਿੱਖ ਲੈਂਦੇ ਆ, ਫਿਰ ਉਸ ਤੋਂ ਬਾਅਦ ਅਸੀਂ ਐਡਵਰਬਸ ਨੂੰ ਜਾਰੀ ਰੱਖਾਂਗੇ ਐਜ਼ ਕੈਨ ਬੀ ਸੀਨ ਇਨ ਦਾ ਐਕਟੀਵਿਟੀ ਅਬਵ, ਜਿਹੜੇ ਕਿ ਉੱਪਰਲੀ ਐਕਟੀਵਿਟੀ 'ਚ ਦੇਖੇ ਜਾ ਸਕਦੇ ਹਨ। ਦਾ ਡਿਸਕ੍ਰਾਈਬਿੰਗ ਵਰਡ ਲਿਟਲ ਡਿਸਕ੍ਰਾਈਬਸ ਅ ਨਾਊਨ ਬॉय, ਕਿ ਜਿਹੜਾ ਡਿਸਕ੍ਰਾਈਬਿੰਗ ਵਰਡ ਹੈ ਲਿਟਲ ਉਹ ਕਿਹਨੂੰ ਡਿਸਕ੍ਰਾਈਬ ਕਰ ਰਿਹਾ ਬॉय ਨੂੰ। ਇਟ ਐਡਸ ਟੂ ਦਾ ਕੁਆਲਿਟੀ ਆਫ ਦਾ ਨਾਊਨ, ਇਹ ਨਾਊਨ ਦੀ ਵਿਸ਼ੇਸ਼ਤਾ ਦੱਸਦਾ ਹੈ। ਡਿਸਕ੍ਰਾਈਬਿੰਗ ਵਰਡਸ ਆਰ ਕਾਲਡ ਐਡਜੈਕਟਿਵਸ, ਤੇ ਇਹੋ ਜਿਹੇ ਡਿਸਕ੍ਰਾਈਬਿੰਗ ਵਰਡਸ ਜਿਹੜੇ ਕਿ ਨਾਊਨ ਬਾਰੇ ਕੁਝ ਦੱਸਦੇ ਹਨ ਉਹਨਾਂ ਨੂੰ ਆਪਾਂ ਕਹਿੰਦੇ ਹਾਂ ਐਡਜੈਕਟਿਵਸ। देयर कैन बी अदर ਡਿਸਕ੍ਰਾਈਬਿੰਗ ਵਰਡਸ ਬਿਫੋਰ ਬॉय ਆਲਸੋ, ਬॉय ਤੋਂ ਪਹਿਲਾਂ ਵੀ ਕਈ ਡਿਸਕ੍ਰਾਈਬਿੰਗ ਵਰਡਸ ਹਨ ਜਿੱਦਾਂ ਕਿ ਸੱਚ ਐਜ਼ ਫੈਟ, ਸ਼ਾਰਟ, ਟਾਲ, ਗੁੱਡ, ਬੈਡ, ਬਿਗ ਐਟਸੈਟਰਾ। ਸੋ ਇਹ ਵੀ ਸਾਰੇ ਕੀ ਨੇ ਡਿਸਕ੍ਰਾਈਬਿੰਗ ਵਰਡਸ। ਆਲ ਥੀਸ ਆਰ ਐਡਜੈਕਟਿਵਸ, ਇਹ ਸਾਰੇ ਐਡਜੈਕਟਿਵਸ ਹਨ, ਓਕੇ। ਐਕਟੀਵਿਟੀ 6 ਮੇਕ ਸੈਂਟੈਂਸਸ ਅਬਾਊਟ ਯੋਰਸੈਲਫ ਯੂਜ਼ਿੰਗ ਐਡਜੈਕਟਿਵਸ। ਹੁਣ ਅਸੀਂ ਆਪਣੇ ਆਪ ਐਡਜੈਕਟਿਵਸ ਵਰਤਨੇ ਨੇ ਤੇ ਇਹਨਾਂ ਦੇ ਸੈਂਟੈਂਸ ਬਣਾਉਣੇ ਹਨ। ਸਟਾਰਟ ਕਿੱਦਾਂ ਕਰਨਾ ਮਾਈ ਨੇਮ ਇਜ਼, ਆਪਣਾ ਨਾਮ ਲਿਖ ਦਿਓ ਜਿਵੇਂ ਮੈਂ ਲਿਖਿਆ ਮਾਈ ਨੇਮ ਇਜ਼ ਪਰਮਜੋਤ ਸਿੰਘ। ਆਈ ਐਮ a student, I live in city, I have a small house, it is very beautiful house, I study in a government senior secondary school, it is a big school in my city, my school has many tall and green trees, okay। so ਇਹ ਸਾਰੇ ਕੀ ਨੇ ਜੋ ਇਹਦੇ ਚ ਆਏ ਨੇ adjectives। adjectives can be used to compare the qualities in a person, animal or a thing। so adjectives ਆਪਾਂ ਉਦੋਂ ਵੀ ਯੂਜ਼ ਕਰਦੇ ਆ ਜਦੋਂ ਇੱਕ ਦੂਜੇ ਦੀਆਂ ਕੁਆਲਿਟੀਆਂ ਨੂੰ ਕੰਪੇਅਰ ਕਰਨਾ ਹੁੰਦਾ, ਠੀਕ ਹੈ, ਮਿਲਾਣਾ ਹੁੰਦਾ ਹੈ। ਐਗਜ਼ਾਮਪਲਸ ਹੈਰੀ ਇਜ਼ ਅ ਸਟਰੋਂਗ ਬॉय, ਹੈਰੀ ਇੱਕ ਤਗੜਾ ਲੜਕਾ ਹੈ। ਸੈਕਿੰਡ ਕੀ ਹੋਇਆ ਮੋਨੂ ਇਜ਼ ਸਟਰੋਂਗਰ ਦੈਨ ਹੈਰੀ, ਕਿ ਮੋਨੂ ਹੈਰੀ ਤੋਂ ਵੀ ਸਟਰੋਂਗਰ ਹੈ। ਵਿਕੀ ਇਜ਼ ਦਾ ਸਟਰੋਂਗੈਸਟ, ਵਿਕੀ ਸਭ ਤੋਂ ਸਟਰੋਂਗ ਹੈ, ਠੀਕ ਹੈ। ਸੋ ਇਹ ਤਿੰਨ ਡਿਗਰੀਜ਼ ਕਿਹੜੀਆਂ ਹੋ ਗਈਆਂ ਸਟਰੋਂਗ, ਸਟਰੋਂਗਰ, ਸਟਰੋਂਗੈਸਟ, ਓਕੇ। ਦ ਵਰਡ ਸਟਰੋਂਗ ਇਜ਼ ਅ ਕੁਆਲਿਟੀ, ਸੋ ਵਰਡ ਜਿਹੜਾ ਸਟਰੋਂਗ ਹੈ ਉਹ ਕੀ ਹੋਇਆ ਕੁਆਲਿਟੀ ਹੋ ਗਈ, एडजेक्टिव हो गया। मोनू इज स्ट्रोंगर देन हैरी मीन्स मोनू इज मोर स्ट्रोंग देन हैरी, मोनू हैरी तो ज्यादा तगड़ा है। विकी इज द स्ट्रोंगेस्ट, विकी सब तो ज्यादा बलवान है मीन्स दैट विकी इज स्ट्रोंगर देन बोथ हैरी एंड मोनू, के विकी हैरी ते मोनू तो भी तगड़ा है, ठीक है। इन द सेंटेंसेस अबव देयर इज अ कंपैरिजन ऑफ द क्वालिटी दैट इज स्ट्रोंग। सो उपरले सेंटेंसेस ਅਸੀਂ ਦੇਖਦੇ ਹਾਂ ਕਿ ਇੱਕ ਕੁਆਲਿਟੀ ਨੂੰ ਲੈ ਕੇ ਤਿੰਨਾਂ ਵਿੱਚ ਕੰਪੈਰੀਜ਼ਨ ਹੋਇਆ, ਉਹ ਕੁਆਲਿਟੀ ਕਿਹੜੀ ਸੀ ਸਟਰੋਂਗ, ਕਿ ਕੌਣ ਕਿੰਨਾ ਤਾਕਤਵਰ ਹੈ। ਇਨ ਇੰਗਲਿਸ਼ ਗ੍ਰਾਮਰ ਇਟ ਇਜ਼ ਕਾਲਡ ਡਿਗਰੀਜ਼ ਆਫ ਕੰਪੈਰੀਜ਼ਨ। ਸੋ ਇਸੇ ਹੀ ਚੀਜ਼ ਨੂੰ ਇੰਗਲਿਸ਼ ਦੀ ਗ੍ਰਾਮਰ 'ਚ ਕੀ ਕਹਿੰਦੇ ਹਨ ਡਿਗਰੀਜ਼ ਆਫ ਕੰਪੈਰੀਜ਼ਨ, ਓਕੇ। ਇਟ means that two or more things or people are compared for having a quality and to assess who has more of that quality। ਇਹਦਾ ਮਤਲਬ ਇਹ ਹੁੰਦਾ ਹੈ ਕਿ ਲੋਕਾਂ ਅਤੇ ਚੀਜ਼ਾਂ ਵਿੱਚ ਜਿਹੜੀ ਉਹਨਾਂ 'ਚ ਕੁਆਲਿਟੀ ਹੈ ਉਹਨੂੰ ਕੰਪੇਅਰ ਕਰਨਾ ਤੇ ਇਹ ਦੇਖਣਾ ਕਿ ਉਹ ਕੁਆਲਿਟੀ ਕਿਹਦੇ 'ਚ ਜ਼ਿਆਦਾ ਹੈ ਤੇ ਕਿਹਦੇ ਵਿੱਚ ਘੱਟ ਹੈ, ਠੀਕ। Let us look at the following 3 tables। ਹੁਣ ਨਿਚਲੇ 3 ਟੇਬਲਸ ਦੇਖਦੇ ਹਾਂ। The tables show the degree of comparison in different types of adjectives। ਇਹ tables ਕੀ show ਕਰਦੇ ਹਨ ਅਲੱਗ-ਅਲੱਗ degrees of comparison। So first ਕੀ ਹੈ positive, second ਕੀ ਹੈ comparative, तीसरी है superlative। positive मतलब first degree, comparative मतलब second degree, superlative मतलब third degree। strong, stronger, strongest, kind, kinder, kindest, long, longer, longest, small, smaller, smallest, sweet, sweeter, sweetest, tall, taller, tallest, young, younger, youngest, fat, fatter, fattest, slim, slimmer, slimmest, deep,
ਡੀਪਰ, ਡੀਪੈਸਟ। ਓਕੇ, ਹੁਣ ਆਪਾਂ ਕੁਝ ਇਹੋ ਜਿਹੇ ਵੀ ਦੇਖਦੇ ਹਾਂ ਜਿਹਦੇ ਵਿੱਚ ਮੋਰ ਤੇ ਮੋਸਟ ਦੀ ਵਰਤੋਂ ਹੁੰਦੀ ਹੈ। ਬਿਊਟੀਫੁਲ, ਮੋਰ ਬਿਊਟੀਫੁਲ, ਮੋਸਟ ਬਿਊਟੀਫੁਲ। ਐਕਟਿਵ, ਮੋਰ ਐਕਟਿਵ, ਮੋਸਟ ਐਕਟਿਵ। ਹੈਲਪਫੁਲ, ਮੋਰ ਹੈਲਪਫੁਲ, ਮੋਸਟ ਹੈਲਪਫੁਲ। ਕੇਅਰਫੁਲ, ਮੋਰ ਕੇਅਰਫੁਲ, ਮੋਸਟ ਕੇਅਰਫੁਲ। ਅਟਰੈਕਟਿਵ, ਮੋਰ ਅਟਰੈਕਟਿਵ, ਮੋਸਟ ਅਟਰੈਕਟਿਵ। ਪੋਪੂਲਰ, ਮੋਰ ਪੋਪੂਲਰ, ਮੋਸਟ ਪੋਪੂਲਰ। ਫੇਥਫੁਲ, ਮੋਰ ਫੇਥਫੁਲ, most faithful. Famous, more famous, most famous. Difficult, more difficult, most difficult. Intelligent, more intelligent, most intelligent. Polite, polite ਹੁੰਦਾ ਨਿਮਰਤਾ ਰੱਖਣ ਵਾਲਾ। more polite, most polite। ਹੁਣ ਕੁਝ ਇਹੋ ਜਿਹੀਆਂ ਡਿਗਰੀਜ਼ ਦੇਖਦੇ ਹਾਂ ਜੋ ਕਿ ਆਪਸ ਵਿੱਚ ਮੇਲ ਨਹੀਂ ਖਾਂਦੀਆਂ, ਜਿੱਦਾਂ bad, worse, worst। ਬੈਡ ਹੁੰਦਾ ਬੁਰਾ, ਵਰਸ ਹੁੰਦਾ ਉਸ ਤੋਂ ਬੁਰਾ, ਵਰਸਟ ਸਭ ਤੋਂ ਬੁਰਾ। ਗੁੱਡ, ਬੈਟਰ, ਬੈਸਟ। ਫਾਰ, ਫਾਰ ਹੁੰਦਾ ਦੂਰ, ਫਾਰਦਰ, ਫਾਰਦੈਸਟ। ਲਿਟਲ, ਲੈਸ, ਲੀਸਟ। ਮਚ, ਜ਼ਿਆਦਾ। ਮੋਰ, ਉਸ ਤੋਂ ਜ਼ਿਆਦਾ। ਮੋਸਟ, ਸਭ ਤੋਂ ਜ਼ਿਆਦਾ। ਸਮ, ਮੋਰ, ਮੋਸਟ। many, more, most. Okay, so AC degrees of adjective. Here are some sentences making comparisons between two things. Fill in the blanks with the most suitable form of the adjective given in the bracket. So ਇੱਥੇ ਹੁਣ comparison ਕਰਨਾ। comparison ਜਦੋਂ ਦੋ ਚੀਜ਼ਾਂ ਦੇ ਵਿੱਚ ਹੋਏਗਾ ਉਦੋਂ second degree ਲੱਗੇਗੀ, ਠੀਕ ਹੈ। ਸੋ ਇੱਥੇ ਦੇਖਦੇ ਹਾਂ ਕਿਹੋ ਜਿਹੇ comparison ਦੀ ਗੱਲ ਕੀਤੀ ਹੈ। First, my room is bigger than yours, तेरे नालों ज़्यादा bigger है। Sachin's score is better than Sehwag's. The Pacific Ocean is deeper than the Arctic Ocean. The Arctic Ocean is colder than the Indian Ocean. Ravi is more polite than Sunny. My sister is taller than me. A rose is more beautiful than a marigold. The earth is larger than the moon. An ounce is less than a pound. Learning Mandarin is more difficult than learning English. Activity 8. Complete the following sentences by using the correct form of adjective given in bold. ਸੋ ਇਹਦੇ 'ਚ ਜਿਹੜੇ ਸ਼ਬਦ ਬੋਲਡ ਕਰਕੇ ਦਿੱਤੇ ਹੋਏ ਹਨ ਉਹਨਾਂ ਦੀ ਆਪਾਂ ਕਰੈਕਟ ਫਾਰਮ ਲਗਾਣੀ ਹੈ, ਯਾਨੀ ਡਿਗਰੀਜ਼ ਲਗਾਣੀਆਂ ਹਨ ਕਿ ਉੱਥੇ ਕਿਹੜੀ ਲੱਗੇਗੀ। ਐਗਜ਼ਾਮਪਲਸ ਦਿੱਤੀ ਹੋਈ ਹੈ। ਆਈ ਹੈਵ ਅ ਫਾਸਟ ਕਾਰ, ਮੇਰੇ ਕੋਲ ਇੱਕ ਤੇਜ਼ ਚੱਲਣ ਵਾਲੀ ਕਾਰ ਹੈ। ਬਟ ਮਾਈ ਫਰੈਂਡਸ ਕਾਰ ਇਜ਼ ਫਾਸਟਰ, ਠੀਕ ਹੈ, ਵੀ ਜਿਹੜੀ ਮੇਰੇ ਫਰੈਂਡ ਕੋਲ ਕਾਰ ਹੈ ਉਹ ਮੇਰੀ ਕਾਰ ਨਾਲੋਂ ਵੀ ਫਾਸਟ ਹੈ। ਆ ਜਾਓ ਹੁਣ ਆਪਾਂ ਸ਼ੁਰੂ ਕਰੀਏ। ਫਸਟ, this is a nice dog. ਇਹ nice dog ਹੈ। It's much nicer than my friend's dog. Second, here is Lakshmi. Lakshmi ਇੱਥੇ ਹੈ। She is 5 years old. ਉਹ 5 ਸਾਲਾਂ ਦੀ ਹੈ। Her brother Ram is 10. ਉਸ ਦਾ brother Ram 10 ਸਾਲ ਦਾ ਹੈ। Ram is older, means ਕਿ Ram ਜ਼ਿਆਦਾ ਵੱਡਾ ਹੈ। Okay. Third, Anita has an interesting hobby. ਅਨੀਤਾ ਕੋਲ ਇੱਕ ਬੜੀ ਰੋਚਕ ਹੌਬੀ ਹੈ। ਬਟ ਮਾਈ ਸਿਸਟਰ ਹੈਜ਼ ਦ ਮੋਸਟ ਇੰਟਰਸਟਿੰਗ ਹੌਬੀ ਇਨ ਦ ਵਰਲਡ, ਠੀਕ ਹੈ। ਜਿੱਥੇ ਦ ਲੱਗ ਜਾਵੇ ਉਹਦੇ ਨਾਲ ਆਪਾਂ ਥਰਡ ਡਿਗਰੀ ਲਗਾਉਂਦੇ ਹਾਂ। ਓਕੇ, ਬਟ ਮਾਈ ਸਿਸਟਰ ਹੈਜ਼ ਦ ਮੋਸਟ ਇੰਟਰਸਟਿੰਗ ਹੌਬੀ ਇਨ ਦ ਵਰਲਡ। Fourth, last holiday I read a good book. पिछली छुट्टी मैं एक अच्छी किताब पढ़ी। My father gave me an even better book last weekend. ਪਿਛਲੇ ਹਫਤੇ ਦੇ ਆਖਰੀ ਦਿਨ ਵਿੱਚ ਮੇਰੇ ਪਿਤਾ ਨੇ ਉਸ ਤੋਂ ਵੀ ਵਧੀਆ ਮੈਨੂੰ ਇੱਕ ਕਿਤਾਬ ਦਿੱਤੀ, ਠੀਕ ਹੈ, even better. Fifth, school is boring. School boring ਹੈ, but homework is more boring than school. Skateboarding is a dangerous hobby. स्केटबोर्डिंग एक खतरनाक शौक है। बंजी जंपिंग इज मोर डेंजरस दैन स्केटबोर्डिंग। ओके, दिस मैगजीन इज चीप। ये मैगजीन चीप है, सस्ता है। बट दैट वन इज चीपर, पर वो इस तो भी सस्ता है। एट्थ, वी लिव इन अ स्मॉल हाउस। ਅਸੀਂ ਇੱਕ ਛੋਟੇ ਘਰ ਵਿੱਚ ਰਹਿੰਦੇ ਹਾਂ। ਬਟ ਮਾਈ ਗ੍ਰੈਂਡ ਪੇਰੈਂਟਸ ਹਾਊਸ ਇਜ਼ ਈਵਨ ਸਮੋਲਰ
than ours, ਪਰ ਸਾਡੇ ਦਾਦਾ ਦਾਦੀ ਜੀ ਦਾ ਘਰ ਇਸ ਤੋਂ ਵੀ ਛੋਟਾ ਹੈ। ਓਕੇ ਜੀ, ਨਾਓ ਬੈਕ ਟੂ ਦਾ ਐਡਵਰਬਸ। ਹੁਣ ਆਪਾਂ ਕਾਫੀ ਐਡਜੈਕਟਿਵਸ ਕਰ ਲਏ, ਕਿਉਂਕਿ ਐਡਜੈਕਟਿਵਸ ਜਦ ਤੱਕ ਨਾ ਆਉਂਦੇ ਹੋਣ ਤੇ ਐਡਵਰਬ ਦੀ ਸਾਨੂੰ ਅੱਛੀ ਤਰ੍ਹਾਂ ਸਮਝ ਨਹੀਂ ਆ ਸਕਦੀ। ਓਕੇ, when an adverb modifies a verb, ਜਦੋਂ ਇੱਕ ਐਡਵਰਬ ਕਿਸੇ ਕਿਰਿਆ ਨੂੰ ਹੋਰ ਮੋਡੀਫਾਈ ਕਰਦਾ ਹੈ, ਹੋਰ ਸਾਰਥਕ ਕਰਦਾ ਹੈ, ਉਸ ਦੇ ਅਰਥ ਹੋਰ ਸਪਸ਼ਟ ਕਰਦਾ ਹੈ, it usually tells us, ਇਹ ਆਮ ਕਰਕੇ ਸਾਨੂੰ ਦੱਸਦਾ ਹੈ how, ਕਿ ਇਹ ਕਿਰਿਆ ਕਿੱਦਾਂ ਹੋਈ, when ਕਦੋਂ ਹੋਈ, where ਕਿੱਥੇ ਹੋਈ, how often ਕਿੰਨੀ ਕੁ ਵਾਰੀ ਹੁੰਦੀ ਹੈ, and how much the action is performed, ਤੇ ਉਹ ਵਾਲਾ ਐਕਸ਼ਨ ਕਿੰਨੀ ਕੁ ਮਿਕਦਾਰ ਵਿੱਚ ਹੋਇਆ। Here are some examples of adverbs modifying verbs. ਇੱਥੇ ਕੁਝ ਐਗਜ਼ਾਮਪਲਸ ਹਨ ਜਿਹੜੀਆਂ ਕਿ verb ਨੂੰ modify ਕਰ ਰਹੀਆਂ ਹਨ, ਦੱਸ ਰਹੀਆਂ ਹਨ ਕਿ ਇਹ verb ਕਿੱਦਾਂ ਹੋਇਆ। ਸੋ ਫਰਸਟ ਹੈ how। ਹੁਣ ਜਿਹੜਾ ਸੈਂਟੈਂਸ ਅਸੀਂ ਪੜਾਂਗੇ ਉਹਦੇ ਵਿੱਚ ਸ਼ੋ ਹੋ ਰਿਹਾ ਹੋਏਗਾ ਕਿ ਇਹ ਕੰਮ ਕਿਵੇਂ ਹੋਇਆ। He crossed the road, ਉਸਨੇ ਰੋਡ ਪਾਰ ਕੀਤੀ। ਹੁਣ ਕਿਸ ਤਰ੍ਹਾਂ ਕੀਤੀ, ਕਿਵੇਂ ਕੀਤੀ? Quickly, ਤੇਜ਼ੀ ਨਾਲ। ਓਕੇ, ਇਹ ਕੀ ਹੋ ਗਿਆ? ਐਡਵਰਬ। ਸੈਕਿੰਡ ਵਿੱਚ ਕੀ ਦੱਸ ਰਹੇ ਨੇ? when, ਕਿ ਉਹ ਕਦੋਂ ਹੋਇਆ। she ran a race, ਉਹ ਇੱਕ ਰੇਸ ਭੱਜੀ, ਉਸਨੇ ਇੱਕ ਰੇਸ 'ਚ ਪਾਰਟਿਸਿਪੇਟ ਕੀਤਾ। ਹੁਣ ਕਦੋਂ ਕੀਤਾ? yesterday, ਓਕੇ, when ਹੈ ਨਾ, ਕਦੋਂ। yesterday ਕੀ ਹੋ ਗਿਆ? ਐਡਵਰਬ। ਥਰਡ where, ਕਿੱਥੇ, ਉਹ ਕੰਮ ਕਿੱਥੇ ਹੋਇਆ। ਹੁਣ ਕੰਮ ਕਿਹੜਾ ਹੋਇਆ? he sat, ਉਹ ਬੈਠਿਆ। ਕਿੱਥੇ ਬੈਠਿਆ? here, ਸੋ here ਕੀ ਹੋ ਗਿਆ? ਐਡਵਰਬ। ਫੋਰਥ how often, ਕਿ ਕਦ ਕਦ ਇਹ ਹੁੰਦਾ ਹੈ। ਓਕੇ, she goes for a jog, ਉਹ ਹੌਲੀ ਹੌਲੀ ਭੱਜਣ ਲਈ ਜਾਂਦੀ ਹੈ। ਉਹ ਭੱਜਣ ਕਿੰਨੀ ਵਾਰ ਜਾਂਦੀ ਹੈ? how often, daily, ਯਾਨੀ ਰੋਜ਼ ਜਾਂਦੀ ਹੈ। ਫਿਫਥ how much, ਕਿੰਨੀ ਮਿਕਦਾਰ ਵਿੱਚ ਉਹ ਕੰਮ ਹੁੰਦਾ। my timing in the 100 meter race was the fastest, ਕਿ ਮੇਰੀ ਜਿਹੜੀ 100 ਮੀਟਰ ਰੇਸ ਦੀ ਟਾਈਮਿੰਗ ਹੈ ਉਹ ਸਭ ਤੋਂ ਜ਼ਿਆਦਾ ਫਾਸਟੈਸਟ ਹੈ। ਠੀਕ ਹੈ, ਹਾਊ ਮਚ ਹੈ ਯਾਨੀ ਕਿਤਨੀ ਹੈ। ਓਕੇ, ਸੋ ਐਕਟੀਵਿਟੀ 9 ਵਿੱਚ ਅਸੀਂ ਕੀ ਕਰਾਂਗੇ? ਅਸੀਂ ਐਡਵਰਬਸ ਨੂੰ ਅੰਡਰਲਾਈਨ ਕਰਾਂਗੇ। ਲੈਟਸ ਸਟਾਰਟ। ਸੁਨੀਤਾ ਕੈਪਟ ਹਰ ਬੈਗ ਕੇਅਰਫੁਲੀ। ਕੇਅਰਫੁਲੀ ਕੀ ਹੋ ਗਿਆ? ਵੈਰੀ ਗੁੱਡ। ਸੈਕਿੰਡ, ਉਰਮਿਲ ਵਾਕਸ ਗ੍ਰੇਸਫੁਲੀ। ਗ੍ਰੇਸਫੁਲੀ, ਓਕੇ। ਦ ਪੁਲਿਸ ਟੁਕ ਟਾਈਮਲੀ ਐਕਸ਼ਨ। ਟਾਈਮਲੀ, ਇਹ ਸਾਰੇ ਕੀ ਨੇ? ਐਡਵਰਬਸ। ਫੋਰਥ, ਹਰੀਸ਼ ਆਲਵੇਜ਼ ਵੇਕਸ ਅਪ at 5 o'clock. Always. I came home early from the office. Early आ गया, ठीक। Sixth, I checked my purse thoroughly. Thoroughly की होंदा? पूरी तरह। ओके, thoroughly adverb हो गया। But could not find the pen, पर उस मैं पेन नहीं लभ सकी। Seventh, please come quietly in my room. कृपा करके मेरे रूम विच चुप चपीते आओ। सोरेज की हो गया? Quietly. He walked slowly, ਉਹ ਹੌਲੀ ਹੌਲੀ ਤੁਰਿਆ। ਸੋ ਇਹ 'ਚ slowly ਕੀ ਹੋ ਗਿਆ? ਐਡਵਰਬ। After the operation, operation ਤੋਂ ਬਾਅਦ। Where did you go yesterday? ਤੂੰ ਕੱਲ ਕਿੱਥੇ ਗਿਆ ਸੀ? ਸੋ ਇੱਥੇ ਕੀ ਆ ਗਿਆ? yesterday, ਓਕੇ, ਕਦੋਂ ਦੀ ਗੱਲ ਹੈ ਨਾ। yesterday ਕੀ ਹੋ ਗਿਆ? ਐਡਵਰਬ। Write clearly, clearly ਐਡਵਰਬ ਹੋ ਗਿਆ। ਓਕੇ, ਐਕਟੀਵਿਟੀ 10, ਐਡਵਰਬਸ ਐਡ ਟੂ ਦਾ ਮੀਨਿੰਗ ਆਫ ਅ ਵਰਬ। ਇਹ ਤਾਂ ਆਪਾਂ ਦੇਖ ਲਿਆ ਕਿ ਇਹ ਵਰਬ ਦੇ ਵਿੱਚ ਮੀਨਿੰਗਸ ਨੂੰ ਹੋਰ ਐਡ ਕਰਦਾ ਹੈ। ਠੀਕ ਹੈ, ਰਾਈਟ ਇਨ ਦਾ ਸਪੇਸ ਪ੍ਰੋਵਾਈਡਡ ਦਾ ਵਰਬ and the adverb in each sentence in activity 9. The first one is given as an example. ਹੁਣ ਕਹਿੰਦੇ ਜਿਹੜੀ activity 9 ਚ ਤੁਸੀਂ ਦੇਖਿਆ ਉਹਦੇ ਵਿੱਚ verb ਲੱਭੋ ਤੇ ਉਹਦੇ adverb ਉਹਨਾਂ ਨੂੰ ਅਲੱਗ-ਅਲੱਗ ਕਰੋ। ਪਹਿਲਾ ਕਹਿੰਦੇ ਅਸੀਂ ਤੁਹਾਡੇ ਲਈ ਕਰਤਾ ਜਿੱਦਾਂ kept ਤੇ adverb ਕਿਹੜਾ ਸੀ ਉਹਦੇ ਨਾਲ? carefully। ਤੇ second ਵਿੱਚ ਕੀ ਆਇਆ? walks gracefully। third took timely, wakes always, came early, checked thoroughly, come quietly, walked slowly, go yesterday,